ਬਿਜ਼ਨਸ ਦੇ ਵੀ ਕੁਝ ਤੁਸੀਂ ਉਹਦੇ ਕਾਇਦੇ ਕਾਨੂੰਨ ਹੁੰਦੇ ਨੇ। ਇਹਨਾਂ ਤੇ ਦੂੰ ਹੱਥੀਂ ਲੁੱਟਿਆ, ਔਰ ਇਹਨਾਂ ਦੀ ਲੜਾਈ ਨੂੰ ਮੈਂ ਇੰਝ ਹੀ ਸਮਝਣਾ ਕਿ ਚੋਰਾਂ ਦੇ ਕੱਪੜੇ ਤੇ ਡਾਂਗਾਂ ਦੇ ਗਜ਼। मेरा सवाल यह है कि पहले 28वीं तरमीम आएगी या फिर रेफरेंडम होएगा सरदार के हवाले नाल कि फील्ड मार्शल साहब ਨੂੰ सदर पाकिस्तान बना ਦਿੱਤਾ ਜਾਵੇ? ਅੱਜ ਤੋਂ ਪਹਿਲਾਂ ਜੋ 26 ਤਰਮੀਮ ਆਈ ਹੈ ਉਹਨਾਂ ਤੁਹਾਨੂੰ ਮੈਨੂੰ ਪੁੱਛਿਆ, ਉਸ ਆਵਾਮ ਨੂੰ ਪੁੱਛਿਆ, ਉਹ ਖਰੀਦੇ ਬੰਦੇ ਅੱਗੇ ਕਰਕੇ ਫਿਰ ਜਦੋਂ 27ਵੀਂ ਤਰਮੀਮ ਲਿਆਉਣਾ ਚਾਹ ਰਹੇ ਸਨ, ਫਿਰ ਜਦੋਂ 28ਵੀਂ ਤਰਮੀਮ ਹੁਣ ਲਿਆਉਣਾ ਚਾਹ ਰਹੇ ਨੇ, ਆਵਾਮ ਦਾ ਇਹਦੇ 'ਚ ਕੋਈ ਕੰਮ ਨਹੀਂ। ਆਵਾਮ ਸਿਰਫ ਤਮਾਸ਼ਾਈ ਦੀ ਹਸੀਅਤ ਨਾਲ ਵੇਖਦੇ ਰਹਿਣ, ਤਬਸਰੇ ਕਰਦੇ ਰਹਿਣ, ਪ੍ਰੋਗਰਾਮ ਕਰਨ, ਵਿਲਾਗ ਕਰਨ, ਸੜਦੇ ਰਹਿਣ, ਭੁੱਜਦੇ ਰਹਿਣ, ਇਹਦੇ ਨਾਲ ਕਿਸੇ ਨੂੰ ਕੋਈ ਕੰਸਰਨ ਨਹੀਂ। कश्मीर च अज फिर दूसरा मरला इंतखाबात का शुरू होने वाला, उत्थे भी जगह जगह ते जाके बिलावल भुट्टो जरदारी की तरफों तकरीरां कीतियां जा रही। उन्होंने सारे इल्जाम नून लीग ते ला दिते। दोवां दे दरम्यान एक किस्म का झगड़ा, लड़ाई, महाजराई हो रही। इस तो इलावा भी कई गल्लां चौधरी साहब को पुछनियां सी। चौधरी साहब को असीं ये पुछना कि क्या ये हकीकी महाजराई है या फिर जिस तरह पहला इन्हां दी नूरा कुश्ती हुंदी सी, ये भी एक नूरा कुश्ती है। लेकिन जिस मियाँ नवाज शरीफ के हवाले नाल उन्होंने कहता मुस्लिम लीग जिस तरह तड़पी हो तो ये लगता नहीं कि नूरा कुश्ती। तुहाडी सर की राय इहदे हवाले नाल? जी अस्सलाम वालेकुम ते अमान साहब, बहुत शुक्रिया तुसी अपने प्रोग्राम च ਮੈਨੂੰ ਸੱਦਿਆ ਹੈ ਤੇ तमाम ਵੇਖਣ ਵਾਲਿਆਂ ਦਾ ਤੁਹਾਡਾ ਚੈਨਲ ਜਿਹੜਾ ਉਹਨੂੰ ਜਿਹੜਾ ਵਾਚ ਕਰਨ ਵਾਲੇ ਜਿਹੜੇ ਤੁਹਾਡੇ ਵਿਊਅਰਸ ਨੇ ਉਹਨਾਂ ਦਾ ਵੀ ਬਹੁਤ ਸ਼ੁਕਰੀਆ। ਤੇ ਅਸੀਂ ਯਕੀਨਨ ਅੱਜ ਵਿਊਅਰਸ ਨਾਲ ਗੱਲ ਕਰਾਂਗੇ ਤੇ ਉਸ ਤੋਂ ਬਾਅਦ ਸਾਡਾ ਇਹ ਵੇ ਕਿ ਇਹ ਜਿਹੜੀ ਨਾ ਜੀ ਜਿਹੜੀ ਤੁਸੀਂ ਜ਼ਿਕਰ ਕੀਤਾ ਪੀਪਲ ਪਾਰਟੀ ਤੇ ਮੁਸਲਿਮ ਲੀਗ ਤੇ बार मतलब इन्हां ते जो इल्जामात मोहसिन नकवी साहब ने लाए ने और जेड़े उस इल्जामात दी दूसरे दिन फिर तस्दीक जिहड़ी है साडे DGISPR जेड़े पाकिस्तान दे ने उन्हां ओदी दबे लफ्ज़ां च ओदी यानी ओनू हाँ ही समझो निकी जी हाँ यानी ओदी तस्दीक ही कीती है। ते असल ते ਇਹ ਜਿਹੜੇ ਨੇ ਨਾ ਜੀ ਇਹ ਸਾਰੇ ਜਿਹੜੇ ਨੇ ਸਿਆਸਤ ਨੂੰ ਬਿਜ਼ਨਸ ਸਮਝਦੇ ਨੇ। ਬਿਜ਼ਨਸ ਵੀ ਨਹੀਂ, ਬਿਜ਼ਨਸ ਦੇ ਵੀ ਕੁਝ ਅਸੂਲ ਹੁੰਦੇ ਨੇ, ਬਿਜ਼ਨਸ ਦੇ ਵੀ ਕੁਝ ਮਾਮਲਾਤ ਹੁੰਦੇ ਨੇ, ਬਿਜ਼ਨਸ ਦੇ ਵੀ ਕੁਝ ਤੁਸੀਂ ਉਹਦੇ ਕਾਇਦੇ ਕਾਨੂੰਨ ਹੁੰਦੇ ਨੇ। ਇਹਨਾਂ ਤੇ ਦੂੰ ਹੱਥੀਂ ਲੁੱਟਿਆ ਔਰ ਜਿਵੇਂ ਔਰ ਇਹਨਾਂ ਦੀ ਲੜਾਈ ਨੂੰ ਮੈਂ ਇੰਝ ਹੀ ਸਮਝਣਾ ਕਿ ਚੋਰਾਂ ਦੇ ਕੱਪੜੇ ਤੇ ਡਾਂਗਾਂ ਦੇ ਗਜ਼। ਇਹਨਾਂ ਇੰਝ ਲੁੱਟਿਆ ਇਸ ਪਾਕਿਸਤਾਨ ਨੂੰ ਔਰ ਪਾਕਿਸਤਾਨ ਦੀ ਮੈਸ਼ਤ ਨੂੰ, ਪਾਕਿਸਤਾਨ ਦੇ ਅਦਾਰਿਆਂ ਨੂੰ ਤਬਾਹ ਕੀਤਾ ਔਰ ਪਾਕਿਸਤਾਨ ਦੀ ਇਕੋਨਮੀ ਨੂੰ ਤਬਾਹ ਕੀਤਾ, ਪਾਕਿਸਤਾਨ ਦੇ ਫਿਊਚਰ ਨੂੰ, ਪਾਕਿਸਤਾਨ ਦੇ ਮੁਸਤਕਬਲ ਨੂੰ ਇਹਨਾਂ ਲੋਕਾਂ ਤਬਾਹ ਕੀਤਾ। ਔਰ ਹੁਣ ਜਿਹੜੀ ਮੌਜੂਦਾ ਲੜਾਈ ਹੈ ਇਹ ਵੀ ਇਹਦੇ ਵਿੱਚ ਦੋਵੇਂ ਭਾਈਵਾਲ ਨੇ ਔਰ ਭਾਈਵਾਲ ਬਣ ਕੇ ਇਹਨਾਂ ਜਿਹੜੀ ਹੈ ਇਹ ਜੰਗ ਲੜੀ ਹੈ, ਲੜ ਰਹੇ ਨੇ ਮੁਸਲਸਲ। ਅਸਲ ਇਹ ਜੰਗ ਕਾਹਦੀ ਹੈ? ਇਹ ਜਦੋਂ ਅਸੀਂ ਪਿੱਛੇ ਚਲੇ ਜਾਂਦੇ ਹਾਂ ਤਾਰੀਖ ਦੇ ਝਰੋਕਿਆਂ 'ਚ ਅਸੀਂ ਵੇਖਦੇ ਹਾਂ ਤੇ ਸਾਨੂੰ ਜੰਗੇ ਉਹ ਇੱਕ ਜੰਗ ਇਹੋ ਜਿਹੀ ਨਜ਼ਰ ਆਉਂਦੀ ਹੈ ਤੇ ਉਹਦਾ ਰਿਜ਼ਲਟ ਨਜ਼ਰ ਆਉਂਦਾ ਹੈ ਜਦੋਂ ਸਾਰੇ ਜਿਹੜੇ ਸਨ ਅਸਹਾਬ ਉਹਨਾਂ ਜੰਗ ਸ਼ੰਗ ਤੋਂ ਬਾਅਦ ਜਿੱਤੀ ਜੰਗ, ਉਹਨਾਂ ਜਿਹੜੀ ਹੈ ਉਹ ਆਖਰ ਤੇ ਬਹਿ ਕੇ ਮਾਲੇ ਗਨੀਮਤ ਤੋਂ ਉਹਨਾਂ ਜਿਹੜੀ ਹਾਰ ਗਏ। ਮਾਲੇ ਗਨੀਮਤ ਵੰਡਣ ਤੋਂ ਉਹਨਾਂ ਤੇ ਲੜਾਈ ਹੋ ਗਈ। ਇਹ ਹੀ ਹੁਣ ਮਾਲੇ ਗਨੀਮਤ ਜਿਹੜਾ 4 ਸਾਲ ਤੋਂ 4.5 ਸਾਲ ਤੋਂ ਪਿੱਛੇ ਵੰਡ ਰਹੇ ਨੇ ਆਪਸ 'ਚ, ਇਹਨਾਂ ਦਾ ਮਾਲੇ ਗਨੀਮਤ ਇਕੱਠਾ ਹੋ ਰਿਹਾ ਸੀ। ਹੁਣ ਜਦੋਂ ਵੇਖਦੇ ਨੇ ਉਹ ਫਲਾਣੇ ਦਾ ਬੰਦਾ ਤੇ ਦੁਬਈ ਜਿਹੜਾ ਉਹ 50 ਅਰਬ ਲੈ ਗਿਆ, ਉਦੋਂ ਕਹਿੰਦੇ ਨੇ ਉਹ ਫਲਾਣੇ ਦਾ ਸ਼ਰਜੀਲ ਮੇਮਨ ਜਿਹੜਾ ਉਹਦੇ ਘਰੋਂ ਇੰਨੇ ਫੜੇ ਗਏ ਨੇ, ਫਲਾਣੇ ਉਹ ਜਿਹੜਾ ਕੁਮਾਰ ਦੇ ਉਹ ਜਿਹੜਾ ਉਹ ਇੰਡੀਅਨ ਪਿੱਛੋਂ ਫੜਿਆ ਗਿਆ ਹਿੰਦੂ ਇਹਨਾਂ ਦਾ ਕਾਰੇ ਖਾਸ ਜ਼ਰਦਾਰੀ ਸਾਹਿਬ ਦਾ, ਉਹਦੇ ਕੋਲੋਂ 300 ਅਰਬ ਬਰਾਮਦ ਹੋਇਆ। ਤੇ ਫਿਰ ਉਸ ਗੱਲ ਤੇ ਗੁੱਸਾ ਨਹੀਂ ਕਰਦੇ, ਸ਼ਰਮਿੰਦਾ ਨਹੀਂ ਹੁੰਦੇ, ਬਲਕਿ ਉਸ ਗੱਲ ਤੇ ਅਫਸੋਸ ਕਰਕੇ ਰੰਜੀਦਾ ਹੁੰਦੇ ਨੇ ਕਿ ਸਾਡੇ ਜਿਹੜੇ ਅੱਬੇ ਨੇ ਇਸ ਤੋਂ ਵੱਧ ਕਰਪਸ਼ਨ ਕਿਉਂ ਨਹੀਂ ਕੀਤੀ। ਹੁਣ ਬਾਜ਼ਾਰ 'ਚ ਤੇ ਆਖਿਆ ਜਾਂਦਾ ਅਸੀਂ ਦੂਸਰੇ ਨੰਬਰ ਤੇ ਆ ਰਹੇ ਹਾਂ, ਸਾਨੂੰ ਦੂਸਰਾ ਨੰਬਰ ਨਹੀਂ, ਸਾਨੂੰ ਪਹਿਲਾ ਨੰਬਰ ਚਾਹੀਦਾ।
ਤੇ ਇਹ ਜਿਹੜੇ ਨੇ ਇਹ ਲੜਾਈ ਮਾਲੇ ਗਨੀਮਤ ਦੀ ਏ। ਕਦੀ ਸਕੂਲਾਂ ਦੇ ਵਿੱਚ ਕੋਈ ਬੱਚੇ ਜਾਂਦੇ ਹਨ ਤੇ ਉੱਥੇ ਆਉਂਦੇ ਹਨ ਕਿ ਇਹ ਫਲਾਣੇ ਦਾ ਬਾਪ ਜਿਹੜਾ ਨਾ ਉਹ ਰਿਸ਼ਵਤ ਲੈਂਦਾ ਫੜਿਆ ਗਿਆ ਜਾਂ ਅਖਬਾਰ ਤੇ ਫੋਟੋ ਆਈ ਏ ਤੇ ਉਹ ਬੱਚਾ ਦੂਜੇ ਦਿਨ ਸਕੂਲ ਜਾਣ ਤੋਂ ਇਨਕਾਰ ਕਰ ਦਿੰਦਾ ਸੀ, ਮਾਂ ਨੂੰ ਕਹਿੰਦਾ ਸੀ ਮੈਂ ਸਕੂਲੇ ਨਹੀਂ ਜਾਣਾ। ਲੇਕਿਨ ਇਹਨਾਂ ਇਹ ਉਸ ਦੌਰ ਨੂੰ ਸਾਬਤ ਕਰ ਰਹੇ ਨੇ ਕਿ ਹੁਣ ਜੋ ਬੱਚਾ ਸਕੂਲੇ ਜਾਂਦਾ ਹੈ ਤੇ ਉਹ ਇੱਕ ਬੱਚਾ ਕਹਿ ਰਿਹਾ ਹੁੰਦਾ ਹੈ ਕਿ ਮੇਰੇ ਬਾਪ ਨੇ 500 ਅਰਬ ਦੀ ਕਰਪਸ਼ਨ ਕੀਤੀ ਹੈ, ਦੂਸਰਾ ਕਹਿ ਰਿਹਾ ਹੁੰਦਾ ਮੇਰੇ ਬਾਪ ਨੇ 1500 ਅਰਬ ਦੀ ਕਰਪਸ਼ਨ ਕੀਤੀ ਹੈ। ਯਾਨੀ ਉਹਨੂੰ ਕਰਪਸ਼ਨ ਨੂੰ ਉਹ ਆਪਣੇ ਆਪ ਸੇ ਆਜ਼ਾਦ ਸਮਝਦੇ ਨੇ ਕਿ ਜਿੱਡੀ ਵੱਡੀ ਕਰਪਸ਼ਨ ਓਡੀ ਵੱਡੀ ਅਲੀਟ, ਓਡਾ ਵੱਡਾ ਤਬਕਾ, ਓਡਾ ਵੱਡਾ ਨਾਂ, ਓਡਾ ਵੱਡਾ ਸਟੇਟਸ। ਇਹ ਅਸਲ ਵਜ੍ਹਾ ਹੈ ਅਵਾਨ ਸਾਹਿਬ। ਅੱਛਾ ਜੀ, ਤੁਸੀਂ ਹੁਣ ਗੱਲ ਕੀਤੀ ਹੈ ਮੋਹਸਨ ਨਕਵੀ ਸਾਹਿਬ ਦੀ, ਨਾਲ ਹੀ ਤੁਸੀਂ ਗੱਲ ਕੀਤੀ DGI SPR ਸਾਹਿਬ ਨੇ ਉਹਦੀ ਹਮਾਇਤ ਕਰ ਦਿੱਤੀ, ਜੋ ਕਿ ਮੋਹਸਨ ਨਕਵੀ ਸਾਹਿਬ ਨੇ ਕਿਹਾ, ਉਹਨਾਂ ਕਿਹਾ ਜੀ ਕਿ ਸਿਸਟਮ ਕੋਲੈਪਸ ਹੋ ਗਿਆ। ਹਾਲਾਂਕਿ ਸਭ ਤੋਂ ਬੜੇ ਜਿਹੜੇ ਮੋਹਰੇ ਨੇ ਅੱਜ ਦੇ ਰਜੀਮ ਦੇ, ਸਭ ਤੋਂ ਬੜੇ ਮੋਹਰੇ ਉਹੀ ਨੇ ਜਨਾਬ ਮੋਹਸਨ ਨਕਵੀ ਸਾਹਿਬ। ਉਹ ਕਹਿੰਦੇ ਨੇ ਕਿ ਸਿਸਟਮ ਕੋਲੈਪਸ ਹੋ ਗਿਆ। ਇਹਦੇ ਨਾਲ ਨਾਲ DGI SPR ਸਾਹਿਬ ਨੇ ਵੀ ਕਿਹਾ ਉਹਨਾਂ ਕਿ ਅਗਰ ਸਿਸਟਮ ਨਾਕਾਮ ਹੋ ਰਿਹਾ ਤਾਂ ਉਹਨੂੰ ਦਰੁਸਤ ਕਰਨ ਦੀ ਜ਼ਰੂਰਤ ਹੈ। ਜੈਸਾ ਤੁਸੀਂ ਕਿਹਾ ਕਿ ਉਹਨਾਂ ਨੇ ਤਕਰੀਬਨ ਉਹਦੀ ਹਮਾਇਤ ਕਰ ਦਿੱਤੀ। ਅੱਛਾ, ਇਹਦੇ ਤੋਂ ਲੱਗਦਾ ਤਾਂ ਕਿ ਸਿਸਟਮ ਚੇਂਜ ਹੋਣ ਲੱਗਾ ਕਿ ਫੀਲਡ ਮਾਰਸ਼ਲ ਸਾਹਿਬ ਨੂੰ ਸ਼ਾਇਦ ਸਦਰ ਬਣਾਇਆ ਜਾਏਗਾ। ਦੂਸਰੀ ਗੱਲ ਹੈ ਕਿ ਉਹਨਾਂ ਨੂੰ ਸਦਰ ਕਿਸ ਤਰ੍ਹਾਂ ਬਣਾਇਆ ਜਾਏਗਾ, ਕਿਆ ਰੈਫਰੈਂਡਮ ਹੋਏਗਾ ਜਾਂ ਫਿਰ 28ਵੀਂ ਤਰਮੀਮ ਲਿਆਈ ਜਾਏਗੀ? ਤੁਹਾਡੀ ਕੀ ਖਿਆਲ ਇਹਦੇ ਬਾਰੇ 'ਚ? ਜੀ ਅਵਾਨ ਸਾਹਿਬ, ਇਹ ਸਾਰਾ ਕੰਮ ਤੇ ਇੰਝ ਹੋਇਆ ਕਿ ਅਸਲ ਤੇ ਅਸੀਂ ਤੀਸਰੀ ਪਾਰਟੀ ਨੇ ਆਪਣੇ ਆਪ ਨੂੰ ਇਹਦੇ ਤੋਂ ਅਲੱਗਾ ਕਰਕੇ ਨਾ ਇਸ ਗਰੁੱਪ ਤੋਂ ਦੋਵਾਂ ਤੋਂ, ਤੇ ਇਹਨਾਂ ਲੋਕਾਂ ਦੀ ਕੀ ਮਜਾਲ ਸੀ ਕਿ ਇਹ ਇਕਤਦਾਰ 'ਚ ਆ ਜਾਂਦੇ। ਯਾਨੀ ਪੀਪਲ ਪਾਰਟੀ ਜਾਂ ਮੁਸਲਿਮ ਲੀਗ ਨੂਨ ਇਹ ਇਕੱਲੇ ਤੇ ਡਾਕਾ ਨਹੀਂ ਮਾਰਦੇ ਰਹੇ, ਜਾਂ ਇਹਨਾਂ ਡਾਕਾ ਮਾਰਨ ਵਾਲੀ ਪੋਜੀਸ਼ਨ ਤੇ ਉਸ ਕੁਰਸੀ ਤੇ ਇਕਤਦਾਰ ਦੇ ਸੰਗਾਸਨ ਤੇ ਕਿਹਨੇ ਬਿਠਾਇਆ? ਇਹਨਾਂ ISPR ਸਾਹਿਬ ਨੇ ਬਿਠਾਇਆ। ਇਹ ਜਿਹੜੇ ਨਕਵੀ ਸਾਹਿਬ ਨੇ, ਜਿਹੜੇ ਨਕਵੀ ਸਾਹਿਬ ਅਰਸ਼ਾਦਾਤ ਫਰਮਾ ਰਹੇ ਨੇ ਔਰ ਪੂਰੇ ਪਿਆਲੀ 'ਚ ਤੂਫਾਨ ਪੈਦਾ ਕਰ ਦਿੱਤਾ ਹੈ, ਉਹਨਾਂ ਖੜਾ ਕਰ ਦਿੱਤਾ ਹੈ। ਇਹ ਤੇ ਚੋਰਾਂ ਨੂੰ ਪੈ ਗਏ ਮੋਹਰ। ਉਹਨਾਂ ਵੇਖਿਆ ਕਿ ਇਹ ਹੁਣ ਇਹ ਸਿਸਟਮ ਜਿਹੜਾ ਜ਼ਮੀਨ ਬੋਸ ਹੋਣ ਵਾਲਾ ਹੈ, ਸਿਸਟਮ ਦੀਆਂ ਚੂਲਾਂ ਕਮਜ਼ੋਰ ਹੋ ਗਈਆਂ ਨੇ, ਸਿਸਟਮ ਜਿਹੜਾ ਇਹ ਡਿੱਗ ਪੈਣਾ ਹੈ। ਤੇ ਉਹਨਾਂ ਜਨਾਬ ਉਹ ਆਖਿਆ ਕਿ ਇਹ ਮੁੱਦਾ ਕਿਸੇ ਦੇ ਪਾ ਦਿਓ। ਉਹ ਸਾਡੇ ਪਿੰਡ ਅਵਾਨ ਸਾਹਿਬ ਇੱਕ ਘੁਮਿਆਰ ਸੀ ਤੇ ਬੱਗਾ ਘੁਮਿਆਰ ਉਹਨੂੰ ਆਂਦੇ ਹਨ, ਤੇ ਉਹ ਬੜਾ ਵੱਡਾ ਚੋਰੀ ਦਾ ਉਹ ਸੀ ਬਣਾਣਾ ਉਹ ਕਾਰੀਗਰ ਸੀ। ਤੇ ਜਿੱਥੇ ਉਹ ਇੱਕ ਵਾਰ 1-2-4 ਵਾਰੀ ਫੜਿਆ ਗਿਆ, ਤੇ ਜਦੋਂ ਉੱਥੇ ਫੜਿਆ ਗਿਆ ਤੇ ਉਸ ਤੋਂ ਬਾਅਦ ਨਾ ਉਹਨੇ ਜਦੋਂ ਵੀ ਲੱਖ 'ਚ ਕਿਲੇ ਚੋਰੀ ਹੋਣੀ ਨਾ, ਉਹਨੇ ਜਨਾਬ ਅੱਗੇ ਵੱਧ ਪੁਲਿਸ ਨੇ ਉਹਨੂੰ ਫੜ ਲੈਣਾ। ਉਹਨੇ ਫਿਰ ਸਾਰੇ ਪਿੰਡ ਦੀਆਂ ਜਿਹੜੀਆਂ ਉਹਨਾਂ ਕਹਿੰਦੇ ਓਏ ਬੱਗਿਆ ਕਿੱਥੇ ਛੁਪਾਇਆ ਮਾਲ, ਉਹਨੇ ਕਦੀ ਕਿਸੇ ਰੂੜੀ ਨੂੰ ਆਖਣਾ ਇਹਨੂੰ ਖੋਲੋ, ਕਦੀ ਕਿਸੇ ਰੂੜੀ ਨੂੰ, ਕਿਸੇ ਧੜ ਨੂੰ ਜਿਹੜੀ ਤੂੜੀ ਵਾਲੀ, ਕਦੀ ਉਹ ਖੋਲ ਦੇਣੀ, ਕਦੀ ਉਹ, ਮਤਲਬ ਇੰਝ। ਇਹ ਜਿਹੜੇ ਨੇ ਇਹ ਬਸਤਾ ਬੇ ਦੇ ਬਦਮਾਸ਼ ਨੇ ਸਾਰੇ। ਇਹਨਾਂ ਪਾਕਿਸਤਾਨ ਨੂੰ ਲੁੱਟਿਆ ਰਲ ਕੇ। ਤੇ ਹੁਣ ਵੇਖਿਆ ਜਦੋਂ ਇਹਨਾਂ ਨੂੰ ਨਕਵੀ ਸਾਹਿਬ ਨੂੰ ਕੌਣ ਲੈ ਕੇ ਆਇਆ? ਕਿਆ ਸਿਆਸਤ 'ਚ ਨਕਵੀ ਸਾਹਿਬ ਦੇ ਉਹ ਨੇ ਕਿ ਇਹ CNN ਦੇ ਇੱਕ ਰਿਪੋਰਟਰ ਹੁੰਦੇ ਹਨ, ਉਹ ਬੱਗੇ ਚੋਰ ਵਾਲਾ ਹਿਸਾਬ ਕੀਤਾ ਇਹਨਾਂ ਨਕਵੀ ਸਾਹਿਬ ਨੇ ਵੀ, ਕਿ ਇਹਨਾਂ ਨੂੰ ਸਾਰਾ ਪਤਾ ਹੈ ਕਿ ਕਿਆ ਇਹ ਜਿਹੜੇ ਨਕਵੀ ਸਾਹਿਬ ਇਹ ਸੀਟ ਤੇ ਪਹਿਲਾਂ 1.5 ਸਾਲ ਵਜ਼ੀਰ ਆਲਾ ਰਹਿ ਕੇ ਗਏ ਨੇ ਨਿਗਰਾਨ, ਗੈਰ ਕਾਨੂੰਨੀ। ਇੱਕ ਨਿਗਰਾਨ ਵਜ਼ੀਰ ਆਲਾ ਮੈਕਸੀਮਮ 90 ਦਿਨ ਰਹਿ ਸਕਦਾ, ਉਹ 500 ਦਿਨ ਰਹਿ ਕੇ ਗਏ ਨੇ, 500 ਤੋਂ ਵੀ ਜ਼ਿਆਦਾ ਦਿਨ ਰਹਿ ਕੇ ਗਏ ਨੇ। ਇਸ ਤੋਂ ਵੱਡੀ ਧਾਂਦਲੀ ਕਿਹੜੀ ਹੋ ਸਕਦੀ ਹੈ? ਫਿਰ ਇੱਕ ਬੰਦਾ ਇੱਕ ਵਕਤ 'ਚ ਵਜ਼ੀਰ ਆਲਾ ਵੀ ਹੋਏ, ਮੁਲਕ ਦਾ ਇੰਟੀਰੀਅਰ ਮਿਨਿਸਟਰ ਵੀ ਹੋਏ, ਫੈਡਰਲ ਜਾਬ ਹੈ। ਫੈਡਰਲ ਜਾਬ ਦਾ ਮਤਲਬ ਨਹੀਂ, ਇਹ ਤੀਸਰੀ ਵੱਡੀ ਚੌਥੀ ਵੱਡੀ ਪੋਸਟ ਹੈ। ਵਜ਼ੀਰ ਖਾਰਜਾ, ਵਜ਼ੀਰ ਦਾਖਲਾ, ਵਜ਼ੀਰ ਆਜ਼ਮ, ਯਾਨੀ ਸਦਰ, ਵਜ਼ੀਰ ਆਜ਼ਮ, ਵਜ਼ੀਰ ਖਾਰਜਾ ਤੇ ਵਜ਼ੀਰ ਦਾਖਲਾ, ਚੌਥੀ ਵੱਡੀ ਪੋਸਟ ਹੈ ਪਾਕਿਸਤਾਨ ਦੀ। ਉੱਥੇ ਵੀ ਬੈਠੇ ਨੇ। ਫਿਰ ਉਸ ਤੋਂ ਬਾਅਦ ਚੌਧਰੀ ਸਾਲ ਸਾਹਿਬ ਸੀ ਵੀ ਨਕਵੀ ਸਾਹਿਬ ਦੀ ਗੱਲ ਹੋ ਗਈ। ਸਾਡਾ ਅਸੀਂ ਕਿਤੇ ਹੋਰ ਪਾਸੇ ਨਾ ਚਲੇ ਜੇ। ਮੇਰਾ ਤਾਂ ਸਵਾਲ ਇਹ ਸੀਗਾ ਕਿ ਜਿਹੜੀ ਸੂਰਤ ਹਾਲ ਪੈਦਾ ਹੋ ਰਹੀ ਹੈ,
28ਵੀਂ ਜੀ ਤਰਮੀਮ ਆਉਣ ਦੀ ਨਜ਼ਰ ਆ ਰਹੀ ਹੈ, ਫੀਲਡ ਮਾਰਸ਼ਲ ਸਾਹਿਬ ਨੂੰ ਸਦਰ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਇਹੀ ਕਿਹਾ ਜਾਂਦਾ ਹੈ। ਮੇਰਾ ਸਵਾਲ ਇਹ ਹੈ ਕਿ ਜਾਂ ਪਹਿਲੇ 28ਵੀਂ ਤਰਮੀਮ ਆਏਗੀ ਜਾਂ ਫਿਰ ਰੈਫਰੈਂਡਮ ਹੋਏਗਾ ਸਦਰ ਦੇ ਹਵਾਲੇ ਨਾਲ ਕਿ ਫੀਲਡ ਮਾਰਸ਼ਲ ਸਾਹਿਬ ਨੂੰ ਸਦਰ ਪਾਕਿਸਤਾਨ ਬਣਾ ਦਿੱਤਾ ਜਾਵੇ? ਜੀ ਅਵਾਨ ਸਾਹਿਬ ਸ਼ੇਰ ਬੱਚਾ ਦੇਵੇ ਜਾਂ ਆਂਡਾ ਦੇਵੇ, ਇਹ ਸ਼ੇਰ ਦੀ ਮਰਜ਼ੀ ਹੈ। ਇਹ ਉਹਨੇ ਤਰਮੀਮ ਪਹਿਲਾਂ ਲਿਆਉਣਾ ਹੈ ਤੇ ਵਰਦੀ ਬਾਅਦ ਚ ਲਾਣੀ ਹੈ, ਜਾਂ ਵਰਦੀ ਪਹਿਲਾਂ ਲਾਣੀ ਹੈ ਤੇ ਦੂਜੀ ਸ਼ੇਰਵਾਨੀ ਪਾਣੀ ਹੈ। ਇਹ ਹੁਣ ਸ਼ੇਰ ਦੀ ਮਰਜ਼ੀ ਹੈ ਕਿ ਉਹ ਸ਼ੇਰਵਾਨੀ ਤੇ ਵਰਦੀ ਪਾਉਂਦਾ ਹੈ ਜਾਂ ਵਰਦੀ ਤੇ ਸ਼ੇਰਵਾਨੀ ਪਾਉਂਦਾ ਹੈ। ਇਹਨਾਂ ਦੋਹਾਂ ਸੂਰਤਾਂ ਦੇ ਵਿੱਚ ਤੇ ਉਹਨਾਂ ਨੇ ਅੱਜ ਤੋਂ ਪਹਿਲਾਂ ਜੋ 26 ਤਰਮੀਮ ਆਈ ਹੈ, ਉਹਨਾਂ ਤੁਹਾਨੂੰ ਮੈਨੂੰ ਪੁੱਛਿਆ, ਉਸ ਆਵਾਮ ਨੂੰ ਪੁੱਛਿਆ, ਉਹ ਖਰੀਦੇ ਬੰਦੇ ਅੱਗੇ ਕਰਕੇ ਫਿਰ ਜਦੋਂ 27ਵੀਂ ਤਰਮੀਮ ਲਿਆਉਣਾ ਚਾਹ ਰਹੇ ਸਨ, ਫਿਰ ਜਦੋਂ 28ਵੀਂ ਤਰਮੀਮ ਹੁਣ ਲਿਆਉਣਾ ਚਾਹ ਰਹੇ ਨੇ, ਆਵਾਮ ਦਾ ਇਹਦੇ 'ਚ ਕੋਈ ਕੰਮ ਨਹੀਂ। ਆਵਾਮ ਸਿਰਫ ਤਮਾਸ਼ਾਈ ਦੀ ਹਸੀਅਤ ਨਾਲ ਵੇਖਦੇ ਰਹਿਣ, ਤਬਸਰੇ ਕਰਦੇ ਰਹਿਣ, ਪ੍ਰੋਗਰਾਮ ਕਰਨ, ਵਿਲਾਗ ਕਰਨ, ਸੜਦੇ ਰਹਿਣ, ਭੁੱਜਦੇ ਰਹਿਣ, ਇਹਦੇ ਨਾਲ ਕਿਸੇ ਨੂੰ ਕੋਈ ਕੰਸਰਨ ਨਹੀਂ। ਇਹ ਤਰਮੀਮ ਲਿਆ ਕੇ ਹੋਵੇ ਜਾਂ ਤਰਮੀਮ ਤੇ ਤਰਮੀਮ ਕਰਕੇ ਹੋਵੇ, ਜਾਂ ਉਹ ਮਤਲਬ ਉਹਨਾਂ ਨੂੰ ਅੱਜ ਕੱਲ੍ਹ ਜਦੋਂ ਜ਼ਾਬਤਾ ਜਿਹੜਾ ਹੈ, ਉਹ ਜਦੋਂ ਆਉਂਦੇ ਨੇ ਕਿ खड़क से के खड़कने से खड़कती थी खिड़कियां, अब खिड़कियों के खड़कने से खड़कता है खड़क सिंह। इस टाइम हुण ਜਿਹੜੇ ਵਜ਼ੀਰ ਆਜ਼ਮ ਸਾਹਿਬ ਨੇ ਕੱਲ ਪਰਸੋਂ ਦੇ ਤੁਸੀਂ ਵੇਖਿਆ, ਇਸ ਬਿਆਨ ਤੋਂ ਬਾਅਦ ਚੁੱਪ ਕਰਕੇ ਉਸ ਕਾਰਨ ਤੋਂ ਕੋਈ ਬਿਆਨ ਆਇਆ ਹੋਏ, ਮਾਂ ਸਵਾਏ ਰਾਣਾ ਸਨਾਉਲਾ ਜ਼ਰਾ ਮੇਰੇ ਅੰਗਲ ਬੌਂਗਾ ਹੈ, ਉਹ ਵੀ ਉਹ ਚੰਦ ਫਿਕਰੇ ਕਹਿ ਦਿੰਦਾ, ਤੇ ਬਾਕੀ ਕਿਸੇ ਨੂੰ ਇਹਦੇ ਤੇ ਤਬਸਰਾ ਕਰਦਿਆਂ, ਇਹਦੇ ਤੇ ਤਕਰੀਰ ਕਰਦਿਆਂ, ਇਹਦੇ ਤੇ ਪਾਲਿਸੀ ਬਿਆਨ ਦਿੰਦਿਆਂ, ਮੁਲਕ ਦੇ ਵਿੱਚ ਇੱਕ ਮਿਨਿਸਟਰ, ਫੈਡਰਲ ਮਿਨਿਸਟਰ ਮੌਜੂਦ ਹੈ ਇਨਫੋਰਮੇਸ਼ਨ ਦਾ, ਉਹ ਸਾਰੇ ਚੁੱਪ ਕਰਕੇ ਬੈਠੇ ਨੇ ਔਰ ਵੇਖ ਰਹੇ ਨੇ ਕਿ ਹੁੰਦਾ ਕੀ ਨਜ਼ਰ ਆਉਂਦੀ ਨੇ। ਉਹਦੀ ਮੈਨੂੰ ਵਜ੍ਹਾ ਇਹ ਨਜ਼ਰ ਆਉਂਦੀ ਹੈ, ਜਿਸ ਤਰ੍ਹਾਂ ਉਹਨੇ ਕਿਹਾ ਸਿਸਟਮ ਕੋਲੈਪਸ ਹੋ ਗਿਆ, ਨਵਾਂ ਜਿਹੜਾ ਸਿਸਟਮ ਬਣੇਗਾ ਨਾ, ਸ਼ਹਿਬਾਜ਼ ਸ਼ਰੀਫ ਸਾਹਿਬ ਇਸੇ ਪੋਜੀਸ਼ਨ ਤੇ ਬੈਠੇ ਹੋਣਗੇ, ਸਦਰ ਸਾਹਿਬ ਹੋਰ ਆ ਜਾਣਗੇ, ਜ਼ਰਦਾਰੀ ਸਾਹਿਬ ਚਲ ਜਾਣਗੇ। ਅੱਛਾ, ਅਗਲਾ ਮੇਰਾ ਤੁਹਾਡੇ ਕੋਲ ਸਵਾਲ ਇਹ ਵੀ ਹੈ ਕਿ ਜਿਸ ਤਰ੍ਹਾਂ ਪੀਪਲਜ਼ ਪਾਰਟੀ ਮੋਹਸਨ ਨਕਵੀ ਦੇ ਗੱਲ ਪੈ ਗਈ, ਨਸਾਰ ਖੋੜੋ ਸਾਹਿਬ ਜਿਸ ਤਰ੍ਹਾਂ ਬੋਲੇ ਨੇ, ਬੜਾ ਭੜਕੇ ਨੇ, ਕੱਲ ਤੱਕ ਤਾਂ ਗੱਲ ਨਹੀਂ ਸੀ ਕਰ ਰਹੇ, ਉਧਰ ਰੁਜ਼ਵਾਨ ਬੁਖਾਰੀ ਸਾਹਿਬਾਂ ਜਿਹੜੀਆਂ ਨੇ ਬਲਾਵਲ ਭੁੱਟੋ ਜ਼ਰਦਾਰੀ ਦੀ ਗੱਲ ਪੈ ਗਈਆਂ ਨੇ, ਇਹ ਕੀ ਤਮਾਸ਼ਾ ਲੱਗਾ ਹੋਇਆ? ਸਰ ਵੇਖੋ, ਇਹ ਤੇ ਮੈਂ ਜਿਵੇਂ ਅੱਗੇ ਦੱਸਿਆ ਕਿ ਇਹ ਮਾਲੇ ਗਨੀਮਤ ਦੀ ਲੜਾਈ ਹੈ। ਇਹ ਕੋਈ ਲੜਾਈ ਜਿਹੜੀ ਹੈ, ਇਹ ਹੁਣ ਆਪੇ ਚ ਤੇ ਉਹਨਾਂ ਕੇ ਦੋ ਬਰਤਨ ਵੀ ਇੱਕ ਥਾਂ ਇਕੱਠੇ ਪੈ ਹੋਣ ਤੇ ਟਕਰਾ ਜਾਂਦੇ ਨੇ। ਇਹਨਾਂ ਦੀ ਕੋਈ ਅਸੂਲਾਂ ਤੇ ਲੜਾਈਆਂ ਨਹੀਂ, ਅਜ਼ਮਾ ਬਹਾਰੀ ਦੀਆਂ ਤੇ ਬਲਾਵਲ ਦੀਆਂ ਤੇ ਜਾਂ ਬਲਾਵਲ ਦੀਆਂ ਤੇ ਰਾਣਾ ਸਨਾਉਲਾ ਦੀਆਂ ਜਾਂ ਨਕਵੀ ਸਾਹਿਬ ਨਾਲ। ਇਹ ਸਾਰੇ ਮਿਲ ਕੇ ਇੱਕ ਏਜੰਡੇ ਤੇ ਅਮਲ ਕਰਨਾ ਚਾਹ ਰਹੇ ਨੇ ਔਰ ਆਵਾਮ ਦਾ ਧਿਆਨ ਸਿਰਫ ਬਟਾਉਣਾ ਚਾਹੁੰਦੇ ਨੇ, ਆਵਾਮ ਨੂੰ ਧਿਆਨੇ ਲਾਉਣਾ ਚਾਹੁੰਦੇ ਨੇ ਕਿ ਤੁਸੀਂ 4 ਦਿਨ ਰੌਲਾ ਪਾਉਣਗੇ। ਕੱਲ ਖਬਰ ਸੀ, ਮੈਂ ਅੱਜ ਤੁਹਾਡੇ ਪ੍ਰੋਗਰਾਮ 'ਚ ਕਹਿਣਾ ਵਾ ਕਿ ਕੱਲ ਖਬਰ ਸੀ ਲਾਹੌਰ ਦੇ ਵਿੱਚ, ਯਾਨੀ ਗੁਜ਼ਸ਼ਤਾ ਦਿਨਾਂ 'ਚ, ਕਿ ਉੱਥੇ 2 ਕੁੜੀਆਂ ਬਾਹਰੋਂ ਆਈਆਂ ਨੇ, ਉਹਨਾਂ ਨਾਲ ਇਹ ਵਾਰਦਾਤ ਪਈ ਹੈ, ਇੰਝ ਹੋਇਆ, ਬੜਾ ਵੱਡਾ ਹੰਗਾਮਾ ਜੀ, ਹੋਣ ਤੇ ਅਸਤੀਫਾ ਦੇਣਗੇ ਸਾਕਦਾਰ ਸਾਹਿਬ ਤੇ ਇਹ ਕਰਨਗੇ ਉਹ ਕਰਨਗੇ, ਤੇ ਪਤਾ ਨਹੀਂ ਹੁਕੂਮਤ ਹੀ ਚਲੀ ਜਾਏ। ਤੇ ਕੀ ਬਣਿਆ ਉਹਦਾ? ਅੱਜ ਕਿਸੇ ਨੂੰ ਉਹਨਾਂ ਕੁੜੀਆਂ ਦੇ ਨਾਂ ਯਾਦ ਨੇ, ਅੱਜ ਕਿਸੇ ਨੂੰ ਉਹਨਾਂ ਉਹ ਵਾਰਦਾਤ ਯਾਦ ਹੈ? ਇਹ ਕੁਝ ਵੀ ਨਹੀਂ, ਇਹ ਆਵਾਮ ਨੂੰ ਨਹੀਂ ਪੁੱਛਿਆ ਜਾਂਦਾ, ਨਾ ਆਵਾਮ ਤਿੰਨਾਂ 'ਚ ਨਾ ਤੇਨਾਂ 'ਚ। ਅੱਛਾ ਦੇਖੋ ਜੀ, ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਹਮੇਸ਼ਾ ਹੀ ਇਹ ਗੱਲ ਕੀਤੀ ਹੈ, ਮੇਰਾ ਖਿਆਲ ਕੋਈ 300 ਦਫਾ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਜਿਹੜੀ ਅਸੀਂ ਸੁਲ੍ਹਾ ਕਰਾ ਰਹੇ ਹਾਂ, ਜਿਹੜੀ ਸਾਲਸੀ ਕਰਾ ਰਹੇ ਅਮਰੀਕਾ ਇਰਾਨ ਦੀ, ਉਹ ਫੀਲਡ ਮਾਰਸ਼ਲ ਸਾਹਿਬ ਨੇ ਦਿਨ ਰਾਤ ਉੱਥੇ ਕੰਮ ਕੀਤਾ। ਫਿਰ ਉਹ ਕਹਿੰਦੇ ਨੇ ਜੀ ਪਾਕਿਸਤਾਨ ਦੀ ਮੁਈਸ਼ਤ ਅਗਰ ਬਿਹਤਰ ਹੋਈ ਹੈ ਤੇ ਫੀਲਡ ਮਾਰਸ਼ਲ ਸਾਹਿਬ ਦੀ ਵਜ੍ਹਾ ਨਾਲ ਬਿਹਤਰ ਹੋਈ ਹੈ। ਜਦੋਂ ਇਹ ਸਾਰਾ ਇਤਰਾਫ ਕਰਦੇ ਨੇ ਤਾਂ ਤੁਸੀਂ ਫਿਰ ਕੀ ਕਰਦੇ ਹੋ? ਤਾਂ ਮੇਰਾ ਖਿਆਲ ਹੈ ਕਿ ਫਿਰ ਇਹ ਸਾਰੇ ਮਾਮਲਾਤ ਫੀਲਡ ਮਾਰਸ਼ਲ ਸਾਹਿਬ ਜਿਸ ਤਰ੍ਹਾਂ ਇਹ ਕਹਿੰਦੇ ਨੇ ਕਿ ਉਹਨਾਂ ਦੀ ਵਜ੍ਹਾ ਨਾਲ ਸਾਨੂੰ ਕਾਮਯਾਬੀਆਂ ਮਿਲੀਆਂ, ਕਿਉਂ ਨਾ ਖੁਦ ਅੱਗੇ ਆ ਜਾਣ, ਤਾਂ ਉਹ ਬਿਹਤਰ ਨਹੀਂ ਜ਼ਿਆਦਾ? ਵੇਖੋ ਜੀ, ਅਸੂਲੀ ਤੌਰ ਤੇ ਇਹ ਹੀ ਹੋਣਾ ਚਾਹੀਦਾ, ਸਾਰੀਆਂ ਜਿਹੜੇ ਪੋਜ਼ਿਟਿਵ ਜਮਾ ਚੀਜ਼ਾਂ ਨੇ ਉਹ ਤੇ ਜਾਂਦੀਆਂ ਨੇ ਫੀਲਡ ਮਾਰਸ਼ਲ ਸਾਹਿਬ ਵੱਲ। ਔਰ ਮੈਂ ਅਵਾਨ ਸਾਹਿਬ ਅੱਜ ਤੁਹਾਡੇ ਵੇਖਣ ਵਾਲਿਆਂ ਨੂੰ ਇੱਕ ਲਤੀਫਾ ਸੁਣਾਉਣਾ ਕਿ ਸਾਡੇ ਜਿਹੜਾ ਬਹੁਤ 3-4 ਅਸ਼ਰੇ ਪਹਿਲਾਂ ਪਾਕਿਸਤਾਨ ਫਿਲਮ ਇੰਡਸਟਰੀ ਤੇ ਇੱਕ ਖਾਨਦਾਨ ਜਿਹੜਾ ਉਹ ਬੜਾ ਹਾਵੀ ਸੀ, ਉਹਦਾ ਨਾਂ ਸੀ ਭੱਟੀ ਖਾਨਦਾਨ, ਗੁਜਰਾਤ ਵਾਲੇ, ਨੈਸਨ ਭੱਟੀ, ਕੈਫੀ ਜੋ ਉਹਨਾਂ ਦਾ ਭਰਾ ਸੀ,
ਤੇ ਉਹ ਮਸੀਹੇ ਵੀ ਬੋਲਦੇ ਹਨ ਔਰ ਪੰਜਾਬੀ ਦੇ ਬਹੁਤ ਆਲਾ ਵਧੀਆ ਗੁਲੂਕਾਰ ਸਨ। ਫਿਰ ਉਸ ਤੋਂ ਬਾਅਦ ਜਿਹੜੇ ਕੈਫੀ ਸਾਹਿਬ ਸਨ ਉਹ ਫਿਲਮਾਂ 'ਚ ਵੀ ਕੰਮ ਕਰਦੇ ਹਨ। ਨੈਤਨ ਭੱਟੀ ਸਾਹਿਬ ਵੀ ਬੜੀਆਂ ਤਗੜੀਆਂ ਫਿਲਮਾਂ 'ਚ ਕੰਮ ਕੀਤਾ ਪੰਜਾਬੀ, ਔਰ ਫੋਕ ਗੁਲੂਕਾਰ ਵੀ ਸਨ, ਹਦਾਇਤਕਾਰ ਵੀ ਸਨ। ਤੇ ਕੈਫੀ ਸਾਹਿਬ ਦਾ ਇੱਥੇ ਇੱਕ ਇੰਟਰਵਿਊ ਹੋ ਰਿਹਾ ਸੀ ਲਾਹੌਰ ਦੇ ਕਿਸੇ ਮੈਗਜ਼ੀਨ ਦਾ, ਤੇ ਉਹਨਾਂ ਨੂੰ ਉਹ ਜਿਹੜਾ ਰਿਪੋਰਟਰ ਹੈ ਉਹ ਪੁੱਛਦਾ ਕਿ ਕੈਫੀ ਸਾਹਿਬ ਤੁਸੀਂ ਦੱਸੋ ਕਿ ਪਾਕਿਸਤਾਨ ਦਾ ਸਾਰਿਆਂ ਨਾਲੋਂ ਅੱਛਾ ਇਸ ਟਾਈਮ ਹਦਾਇਤਕਾਰ ਕੌਣ ਹੈ? ਤੇ ਉਹ ਅੱਗੋਂ ਕੈਫੀ ਸਾਹਿਬ ਆਉਂਦੇ ਨੇ ਜੀ ਭਾਈ ਜੀ, ਉਹਨਾਂ ਪੁੱਛਿਆ ਕਿ ਕੈਫੀ ਸਾਹਿਬ ਇਹ ਦੱਸੋ ਪਾਕਿਸਤਾਨ ਦਾ ਸਾਰਿਆਂ ਨਾਲੋਂ ਵੱਡਾ ਅਦਾਕਾਰ ਕੌਣ ਹੈ? ਉਹਨਾਂ ਕਿਹਾ ਜੀ ਭਾਜੀ। ਉਹਨਾਂ ਕਿਹਾ ਜੀ ਕੈਫੀ ਸਾਹਿਬ ਪਾਕਿਸਤਾਨ ਦਾ ਸਾਰਿਆਂ ਨਾਲੋਂ ਅੱਛਾ ਗੁਲੂਕਾਰ ਕੌਣ ਹੈ? ਉਹਨਾਂ ਕਿਹਾ ਜੀ ਭਾਜੀ। ਯਾਨੀ ਉਹ ਭਾਜੀ ਸਾਰਾ ਕੁਝ ਸਨ। ਇਹ ਕਿਉਂਕਿ ਫਾਰਮ 47 ਤੇ ਆਈਆਂ ਗੌਰਮੈਂਟਾਂ ਸਨ, ਸਿੰਧ 'ਚ ਵੀ ਪੰਜਾਬ 'ਚ ਵੀ ਤੇ ਸਾਰੇ ਸੂਬਿਆਂ 'ਚ KPK ਨੂੰ ਛੱਡ ਕੇ, ਤੇ ਇਹ ਸਾਰੇ ਭਾਜੀ ਨੇ। ਜੋ ਚੰਗਾ ਕੰਮ ਹੋਣਾ ਹੈ ਉਹ ਭਾਜੀ ਹੀ ਨੇ ਕੀਤਾ। ਬਾਕੀ ਘੁੰਮੰਦੇ ਕੰਮ ਦੀ ਗੱਲ ਤੁਸੀਂ ਮੈਨੂੰ ਪੁੱਛੋ ਤੇ ਮੈਂ ਤੁਹਾਨੂੰ ਜਵਾਬ ਦੱਸਾਂ। ਇਹ ਸਾਰੇ ਨੇਕ ਕੰਮ, ਚੰਗੇ ਕੰਮ, ਇਹ ਸਵਾਬ ਵਾਲੇ ਕੰਮ ਇਹ ਫੀਲਡ ਮਾਰਸ਼ਲ ਸਾਹਿਬ ਦੀ ਪੈਣੇ ਨੇ। ਚੌਧਰੀ ਸਾਹਿਬ ਬਹੁਤ ਬਹੁਤ ਸ਼ੁਕਰੀਆ, ਬੜੀ ਬੜੀ ਮਿਹਰਬਾਨੀ ਜੀ। ਥੈਂਕ ਯੂ।